सिखों के 10वें गुरु गुरु गोविंद सिंह के कहने पर है होला मोहल्ला बड़ी ही धूमधाम से हर साल मनाया जाता है। फिलहाल इस वक्त हम खालसा की धरती आनंदपुर साहब में मौजूद हैं। सबसे पहले आपको एक बार तस्वीरें दिखा दें कि किस तरह से जो खालसा की धरती आनंदपुर साहब है वो इस वक्त केसरी रंग में सजी हुई है। क्या होला मोहल्ला का इतिहास है और क्यों इतनी धूमधाम से ये मनाया जाता है, कुछ संगत इस वक्त हमारे साथ, उन्हीं से बात कर लेते हैं। बाबा जी, होला मोहल्ला के अगर हम इतिहास के बारे में बात करें, क्यों मनाया जाता है, क्या इसका इतिहास है? उस समय की हालात ਨੂੰ ਸਮਝਦੇ ਹੋਏ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੀ ਵੱਖਰੀ ਆਇਡੈਂਟੀ ਦੇ ਕੇ 1699 ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਔਰ ਉਹਨਾਂ ਦੇ ਵਿੱਚੋਂ ਮਨਸੂਈ ਟੀਮਾਂ ਬਣਾ ਕੇ ਉਹਨਾਂ ਨੂੰ ਵੈਪਨ ਟ੍ਰੇਨਿੰਗਸ ਦਿੱਤੀ ਗਈ ਤਾਂ ਕਿ ਮੇਰਾ ਜਿਹੜਾ ਸਿੱਖ ਹੈ ਉਹ ਉਸ ਸਮੇਂ ਦੀ ਜ਼ਬਰ ਜ਼ੁਲਮ ਦੇ ਖਿਲਾਫ ਲਹੂ ਮਾਸ ਨੂੰ ਦੇਖ ਕੇ ਡਰ ਨਾ ਜਾਵੇ ਔਰ ਚੰਗੀ ਤਰ੍ਹਾਂ ਉਹਨਾਂ ਦਾ ਮੁਕਾਬਲਾ ਕਰ ਸਕੇ। ਇਹੀ ਵਜ੍ਹਾ ਸੀ ਉਹਦੀ ਸਭ ਤੋਂ ਵੱਡੀ ਜਿਹੜੀ ਉਦਾਹਰਨ ਸੀ ਉਹ ਚਮਕੌਰ ਦੀ ਗੜੀ ਸੀ, ਜਿੱਥੇ 40 ਭੁੱਖੇ ਸਿੱਖਾਂ ਨੇ 10 ਲੱਖ ਰੱਜੇ ਹੋਇਆਂ ਦਾ ਟੱਕਰਾ ਕੀਤਾ ਔਰ ਚਾਹੇ ਜ਼ੁਲਮ ਕਰਨ ਵਾਲਾ ਵਜ਼ੀਰ ਖਾਨ ਤੇ ਔਰੰਗਜ਼ੇਬ ਮੁਸਲਮਾਨ ਸੀ, ਚਾਹੇ ਉਹ ਹਿੰਦੂ ਬਾਈ ਧਰ ਦੇ ਰਾਜੇ ਜਾਂ ਜਸਪਤ ਰਾਏ ਤੇ ਲਖਪਤ ਰਾਏ ਸੀ। ਇਸ ਕਰਕੇ ਸਿੱਖਾਂ ਨੇ ਵਿਦਆਊਟ ਐਨੀ ਕਾਸਟ ਐਂਡ ਕਰੀਡ ਜ਼ੁਲਮ ਦੇ ਖਿਲਾਫ ਲੜਾਈ ਲੜੀ ਆ ਔਰ ਇਹ ਟ੍ਰੇਨਿੰਗ ਜਿਹੜੀ ਦਿੱਤੀ ਜਾਂਦੀ ਸੀ ਉਹਦਾ ਦਿਨ ਮਨਾਉਣ ਲਈ ਅਸੀਂ ਹੋਲੇ ਮਹੱਲੇ ਲਈ ਹਰ ਸਾਲ ਇੱਥੇ ਇਕੱਤਰ ਹੁੰਦੇ ਹਾਂ। ठीक है। अगर हम अट्रैक्शन की बात करें, क्या खासियत रहती है होला मोहल्ले में? क्योंकि जिस तरह से बाबा जी बता रहे थे कि वेपन्स की ट्रेनिंग है वो दी गई थी खालसाओं को। साढ़े सिख कौम को पंजाबी में सिख इतिहास के हथियारों की ट्रेनिंग दी जाती है, सिख के जुल्म करने के रोकने के लिए ट्रेनिंग दी जाती है। तो सिख कौम को खुशी होती है ये जब इतिहास आता है होला मोहल्ला। इसमें जितना हमारा पंजाबी है बहुत बाहर देशों में खुशी में मनाता है, यहाँ पर भी पहुँचता है खुशी में। ठीक है। हाँ जी। बाबा जी, जिस तरह से आपने कहा कि पूरी तरह से ट्रेनिंग दी जाती है, 3 दिन का जो होला मोहल्ला है 8 तारीख को, क्या खास रहता है उस दिन? ਉਸ ਦਿਨ ਸਾਡੇ ਸਿੱਖਾਂ ਲਈ ਸਭ ਤੇ ਥਾਂ ਪਰ ਥਾਂ ਤੇ ਸਰੀਰ ਦੀ ਖੁਰਾਕ ਲਈ ਲੰਗਰ ਜਿੱਥੇ ਲੱਗਦੇ ਆ, ਉੱਥੇ ਸਾਡੀ ਜਿਹੜੀ ਸੇਧ ਆ ਉਹ ਸ਼ਬਦ ਗੁਰੂ ਦੀ ਫਿਲਾਸਫੀ ਆ, ਜਿੱਥੋਂ ਅਸੀਂ ਸੇਧ ਲੈ ਕੇ ਅਜੋਕੇ ਸਮੇਂ ਵਿੱਚ ਵੀ ਜਿਹੜਾ ਜ਼ਬਰ ਜ਼ੁਲਮ ਹੁੰਦਾ ਚਾਹੇ ਸਰਕਾਰ ਕੋਈ ਵੀ ਕਰੇ ਉਹਦੇ ਲਈ ਲੜਨ ਲਈ ਸਾਨੂੰ ਪ੍ਰੇਰਣਾ ਮਿਲਦੀ ਹੈ ਔਰ ਅਸੀਂ ਆਪਣੇ ਢੰਗ ਨਾਲ ਹਮੇਸ਼ਾ ਯਤਨਸ਼ੀਲ ਰਹਿੰਦੇ ਹਾਂ। ठीक है। उसके साथ साथ क्योंकि यहाँ पर जो निहंग है वो गतका है वो करते हैं, उसके साथ साथ जो मार्शल आर्ट की सारी ट्रेनिंग है वो होती है, घोड़े पर सवार होकर आते हैं, हाथी पर सवार होकर आते हैं, वो किस तरह का माहौल रहता है? ਉਹ ਪੁਰਾਤਨ ਉਸ ਸਮੇਂ ਵਿੱਚ ਜੰਗ ਦੇ ਵਿੱਚ ਹਥਿਆਰ ਇਹੀ ਹੁੰਦੇ ਸੀਗੇ ਜੀ, ਕਿਉਂਕਿ ਕਿਰਪਾਨ ਨੇਜਾ ਘੋੜਾ ਹੁੰਦੇ ਸੀਗੇ। ਮਾਡਰਨ ਵੈਪਨ ਬਿਲਕੁਲ ਲਗਭਗ ਨਾ ਦੇ ਬਰਾਬਰ ਸੀਗੇ। ਇਹੀ ਵਜ੍ਹਾ ਸੀ ਚਮਕੌਰ ਦੀ ਗੜੀ ਦੇ ਵਿੱਚ ਦੂਸਰੇ ਪਾਸੇ ਜਿੱਥੇ ਟਾਮੀ ਗਨ ਸੀ, ਇੱਧਰ ਰਵਾਇਤੀ ਹਥਿਆਰੇ ਸੀਗੇ। ਭਾਵੇਂ ਅੱਜ ਕੱਲ ਮਾਡਰਨ ਹਥਿਆਰਾਂ ਦਾ ਜ਼ਮਾਨਾ ਆ ਗਿਆ ਪਰ ਉਹ ਅਸੀਂ ਆਪਣੀ ਪੁਰਾਣੀ ਰਵਾਇਤ ਨੂੰ ਜਿਉਂ ਦੀ ਤਿਉਂ ਕਾਇਮ ਰੱਖਿਆ ਹੋਇਆ। ਜੋ ਨਿਹੰਗ ਸਿੰਘ ਤੁਸੀਂ ਕਹਿ ਰਹੇ ਹੋ ਉਹ ਸਾਡੀ ਇੱਕ ਕਿਸਮ ਦੀ ਮਿਲਟਰੀ ਫੌਜ ਸੀ ਉਸ ਸਮੇਂ, ਜਿਹੜੇ ਘਰੋਂ ਬਾਹਰੋਂ ਬਿਲਕੁਲ ਆਪਣੇ ਪਰਿਵਾਰਕ ਲੋੜਾਂ ਤੋਂ ਮੁਕਤੀ ਕਰਕੇ ਪੂਰੇ ਗੁਰੂ ਨੂੰ ਸਮਰਪਿਤ ਸੀਗੇ। ਦੈਟ ਇਜ਼ ਕਾਲਡ ਨਿਹੰਗ ਸਿੰਘ। ठीक है। कुछ ਉਸ ਸਮੇਂ ਦੇ ਹਾਲਾਤ ਨੂੰ ਵੇਖਦੇ ਹੋਏ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੀ ਵੱਖਰੀ ਪਹਿਚਾਣ ਬਣਾਉਣ ਲਈ 1699 ਕੇਸਗੜ੍ਹ ਸਾਹਿਬ ਦੇ ਥਾਂ ਤੇ ਵਿਦਆਊਟ ਐਨੀ ਕਾਸਟ ਐਂਡ ਕਰੀਡ ਆਮ ਲੋਕਾਂ ਵਿੱਚੋਂ 5 ਸਿੰਘਾਂ ਦੀ ਚੋਣ ਕੀਤੀ, ਜਿਨ੍ਹਾਂ ਨੂੰ 5 ਪਿਆਰੇ ਆਖਿਆ ਜਾਂਦਾ ਸੀ ਔਰ ਉਹ ਦੇਸ਼ ਦੇ ਵੱਖਰੇ ਵੱਖਰੇ ਮੁਲਕਾਂ ਨੂੰ ਰੀਪ੍ਰੈਜ਼ੈਂਟ ਕਰਦੇ ਸਨ ਔਰ ਉਹਨਾਂ ਦੀ ਅਗਵਾਈ ਵਿੱਚ ਖਾਲਸਾ ਪੰਥ ਸਾਜਿਆ ਔਰ ਉਸ ਖਾਲਸਾ ਪੰਥ ਦੀਆਂ ਆਰਜ਼ੀ ਤੌਰ ਤੇ ਟੀਮਾਂ ਬਣਾ ਕੇ ਸਿੱਖਾਂ ਨੂੰ ਹਰ ਤਰ੍ਹਾਂ ਦੇ ਵੈਪਨਸ ਦੀ ਜਿਹੜੇ ਉਸ ਸਮੇਂ ਮੌਜੂਦ ਸੀਗੇ ਉਹਨਾਂ ਦੀ ਟ੍ਰੇਨਿੰਗ ਦਿੰਦੇ ਰਹੇ, ਉਹਨਾਂ ਵਿੱਚ ਖੇਡਾਂ ਕਰਵਾਉਂਦੇ ਰਹੇ ਔਰ ਇੱਕ ਟੀਮ ਬਣਾ ਕੇ ਦੂਜੀ ਟੀਮ ਨੂੰ ਹਾਰ ਜਿੱਤ ਵਿੱਚ ਤਬਦੀਲ ਕਰਦੇ ਰਹੇ ਔਰ ਉਹੀ ਰਵਾਇਤ ਸਿੱਖਾਂ ਨੇ ਜਾਰੀ ਰੱਖੀ। ਤੇ ਜਦੋਂ ਵੀ ਸਿੱਖਾਂ ਨੂੰ ਉਹਨਾਂ ਵੈਪਨਾਂ ਦੀ ਲੋੜ ਪਈ ਉਹਨਾਂ ਨੇ ਆਪਣੀ ਜੰਗਾਂ ਦੇ ਵਿੱਚ ਜਾ ਕੇ ਆਪਣੇ ਪੂਰੇ ਉਸ ਜਿਹੜਾ ਆਰਟ ਸੀ ਉਹਨਾਂ ਨੂੰ मतलब दिखा देता भी हाँ ਅਸੀਂ ਸਿੱਖੇ ਹੋਏ ਵੈਲ ट्रेंड है। तो ये जो लगातार चलता आ रहा है, तब से लेकर चलता आ रहा है, इसी तरह से मनाया जा रहा है ये? हाँ, 1699 ਤੋਂ ਬਾਅਦ ਹਰ ਸਾਲ ਗੁਰੂ ਸਾਹਿਬ ਵੇਲੇ ਮਨਾਉਣਾ ਸ਼ੁਰੂ ਕਰ ਦਿੱਤਾ ਸੀ। ਦੂਸਰਾ ਐਸਪੈਕਟ ਇਹਦਾ ਇਹ ਸੀ ਵੀ ਉਸ ਸਮੇਂ ਹਿੰਦੂ ਸਮਾਜ ਸੀ ਜਿਹੜਾ ਉਹ ਹੋਲੀ ਨੂੰ ਇੱਕ ਗੰਦਮੰਦ ਦੇ ਰੰਗਾਂ ਵਿੱਚ ਮਖੌਲ ਦੇ ਵਿੱਚ ਦੂਸਰੇ ਨੂੰ ਡੋਮੀਨੇਟ ਕਰਨ ਲਈ ਜਾਂ ਦੂਸਰੇ ਦੀ ਬੇਇੱਜ਼ਤੀ ਕਰਨ ਲਈ ਮਨਾਇਆ ਜਾਂਦਾ ਸੀ ਔਰ ਉਹਨੂੰ ਵੱਖਰੀ ਪਹਿਚਾਣ ਦੇਣ ਲਈ ਮਾਰਸ਼ਲ ਆਰਟ ਦੇਣ ਲਈ ਉਸ ਸਮੇਂ ਦੇ ਰੰਗ ਨੂੰ ਬਦਲਿਆ ਔਰ ਗੁਰੂ ਸਾਹਿਬ ਨੇ ਉਹਨਾਂ ਘਸੀਆਂ ਪਿੱਟੀਆਂ ਰਵਾਇਤਾਂ ਨੂੰ ਛੱਡ ਕੇ ਸਿੱਖਾਂ ਨੂੰ ਮਾਰਸ਼ਲ ਆਰਟ ਵੱਲ मतलब प्रेरित किया। ठीक है। सर, अगर हम मार्शल आर्ट्स की बात करें, क्या क्या मार्शल आर्ट्स में यहाँ पर तमाम चीजें होती हैं? उस समय घोड़सवारी मुख्य सी
ਕਿਉਂਕਿ ਉਸ ਸਮੇਂ ਕਾਰਾਂ, ਵੈਪਨ, ਟੈਂਕ ਵਗੈਰਾ ਨਹੀਂ ਹੁੰਦੇ ਸੀ। ਉੱਥੇ ਜਿਹੜੇ ਰਵਾਇਤੀ ਹਥਿਆਰ ਸੀ ਉਹ ਨੇਜ਼ਾ ਸੀ, ਕਟਾਰ ਸੀ, ਕਿਰਪਾਨ ਸੀ। ਇਹਨਾਂ ਹਥਿਆਰਾਂ ਦੀ ਟ੍ਰੇਨਿੰਗ खूब ਦਿੱਤੀ ਜਾਂਦੀ ਸੀ। ठीक है बाबा जी, थैंक यू। बाबा जी, क्या खास रहता है इस होला मोहल्ला में? कहाँ से लोग आते हैं? लोग तो बड़े दूर से आते हैं चलने के लिए, लेकिन उसमें ना ये देखने के लिए कि हिंदू मत में जो होली मनाई जाती थी, हिंदू मत में वो प्रहलाद को जुल्म किया गया था, तो होलिका दहन से मनाया गया था, वो मतलब भगत की रक्षा के लिए। और होला मोहल्ला मनाया गया इसलिए कि इसकी रक्षा करने के लिए, एक एहतियात मतलब रखने के लिए, यानी कि इसके मतलब जुल्म को टकरा करने के लिए बनाया गया।